ਵਾਹਿਗੁਰੂ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅੰਮ੍ਰਿਤੋ ਜਗਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਹਮ ਅਵਗੁਣ ਭਰੇ ਏਕ ਗੁਣ ਨਾਮ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਸੁਤ ਦਾਰਾ ਸਿਉ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸੁਖੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ
ਜਨਮ ਮਰਨ ਜਾਏ। ਹੋਵੈ ਸਿਫਤ ਖਸੰਬਦੀ ਨੂਰ ਅਰਸੋ ਕੁਰਸੋ ਚੱਟਿਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ। ਸੱਜਣ ਸਚਾ ਪਾਤਸ਼ਾਹ ਸਿਰ ਸਾਹਾਦੈ ਸਾਹੋ। ਜਿਸ ਬਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਸਤਿਗੁਰ ਕੈ ਭਾਣ ਵਡਿਆਈ ਪਾਵੈ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਸਤਿਗੁਰ ਕੈ ਭਾਣ ਵਡਿਆਈ ਪਾਵੈ। ਨਾਨਕ ਆਪ ਛੋੜ ਗੁਰ ਮਾਹੇ ਸਮਾਵੈ। ਮਹੱਲਾ ਤੀਜਾ। ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਨਾਨਕ ਜਿਸ ਆਪ ਵਡਿਆਈ ਦੇਵੈ। ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ। ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ। ਅਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ। ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ। ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ। ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ। ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤ ਉਤਕ੍ਰਿਸ਼ਟ ਗੁਰੂ ਗਰੀਬ ਨਵਾਜ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਵਿੱਚ
ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੱਚਖੰਡ ਵਿੱਚ ਹਰ ਇੱਕ ਦਾ ਜਾਣਾ ਔਖਾ ਹੈ। ਇਹ ਨਿਯਮ ਬਣਾਇਆ ਹੋਇਆ ਹੈ ਕਿ ਸੱਚਖੰਡ ਸੱਚੇ ਦਾ ਖੰਡ, ਜਿੱਥੇ ਪ੍ਰਮਾਤਮਾ ਵਸਦਾ ਹੋਵੇ ਉੱਥੇ ਜਣਾ ਖਣਾ ਨਹੀਂ ਜਾ ਸਕਦਾ। ਕੋਈ ਵਿਰਲੇ ਹੀ ਤਿਆਰ ਬਰ ਤਿਆਰ ਜਾ ਸਕਦੇ ਹਨ। ਇਸੇ ਤਰ੍ਹਾਂ ਇਹ ਦੁਨੀਆ ਵਿੱਚ ਜਿਹੜਾ ਸੱਚਖੰਡ ਹੈ, ਰੂਹਾਨੀ ਸੱਚਖੰਡ, ਸੁਰਤੀ ਦਾ ਮੰਡਲ, ਜਿੱਥੇ ਸ਼ਬਦ ਅਤੇ ਸੁਰਤ ਦੋਵੇਂ ਇੱਕ ਹੋ ਜਾਂਦੇ ਹਨ, ਉਸ ਸੱਚਖੰਡ ਵਿੱਚ ਵੀ ਖਾਲਸਾ ਜੀਓ ਵਿਰਲੇ ਕੇ ਕੋਈ ਵਿਰਲੇ ਹਨ ਜਿਹੜੇ ਉੱਥੇ ਪਹੁੰਚਦੇ ਹਨ। ਵੈਸੇ ਜਪ ਤਪ ਕਰਨ ਵਾਲੇ ਬਹੁਤ ਹਨ। ਹਰ ਬੰਦਾ ਜਪ ਤਪ ਕਰਦਾ ਹੈ ਕਿਸੇ ਤਰੀਕੇ ਨਾਲ। ਕੋਈ ਤਾਮਸੀ ਜਪ ਹੈ, ਕੋਈ ਰਾਸੀ ਜਪ ਹੈ, ਕੋਈ ਸਤੋਗੁਣੀ ਜਪ ਹੈ ਖਾਲਸਾ ਜੀ। ਪਰ ਜਿਹੜਾ ਇਹਨਾਂ ਤਿੰਨਾਂ ਨੂੰ ਪਾਰ ਕਰ ਜਾਵੇ ਉਹੀ ਤੁਰੀ ਅਵਸਥਾ 'ਚ ਪਹੁੰਚਦਾ ਹੈ। ਸੱਚਖੰਡ ਉਹਦੀ ਪਹੁੰਚ ਹੁੰਦੀ ਹੈ, ਬਾਕੀ ਦੀ ਨਹੀਂ ਹੁੰਦੀ। ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਉਸੇ ਜਪ, ਉਸੇ ਤਪ ਬਾਰੇ ਬਿਆਨ ਕਰਦੇ ਹਨ। ਜਿਹੜਾ ਜਪ ਤਪ ਮਾਇਆ ਦੀ ਕਾਲਕ ਤੋਂ ਰਹਿਤ ਹੈ, ਜਿੱਥੇ ਕੋਈ ਵਾਸ਼ਨਾ ਨਹੀਂ, ਕੋਈ ਤਮੰਨਾ ਨਹੀਂ, ਰੱਬ ਦੇ ਭਾਣੇ ਵਿੱਚ ਰਹਿ ਕੇ ਜਿਹੜਾ ਜਪ ਤਪ ਹੁੰਦਾ ਹੈ, ਆਓ ਅਰਦਾਸ ਕਰੀਏ ਪਾਤਸ਼ਾਹ ਸਾਡੀ ਸਮਝ ਵਿੱਚ ਕੁਝ ਆ ਜਾਵੇ। ਇਹ ਸਾਡੀ ਸਮਝ ਲਈਏ ਖਾਲਸਾ ਜੀ, ਕਿ ਸਾਨੂੰ ਵੀ ਸਮਝ ਆ ਜਾਵੇ ਕਿਹੜਾ ਜਪ ਕਰਨਾ ਹੈ, ਕਿਹੜਾ ਤਪ ਕਰਨਾ ਹੈ, ਕਿਵੇਂ ਮਾਇਆ ਦੀ ਕਾਲਕ ਤੋਂ ਬਚਣਾ ਹੈ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੂਜਰੀ ਦੀ ਵਾਰ ਵਿੱਚ ਗੁਰੂ ਮਹਾਰਾਜ ਦੀ ਵਾਰ ਹੈ ਤੇ ਉਹਨਾਂ ਦੇ ਹੀ ਸ਼ਲੋਕ ਹਨ। ਪਾਤਸ਼ਾਹ ਕਹਿੰਦੇ ਬੰਦਾ ਜਪ ਕਰਦਾ ਹੈ। ਜਪ ਕੀ ਹੈ? ਜਪਣਾ, ਕਿਸੇ ਮੰਤਰ ਦਾ ਜਪ ਕਰਨਾ, ਉਹਨੂੰ ਬਾਰ-ਬਾਰ ਬੋਲਣਾ, ਰਟਣਾ, ਉਹਨੂੰ ਕਹਿੰਦੇ ਜਪ। ਤਪ ਆਪਣੇ ਸਰੀਰ ਨੂੰ ਤਪਾਉਣਾ ਹੈ। ਸਰੀਰ ਨੂੰ ਥੋੜਾ ਜਿਹਾ ਦੁੱਖ ਦੇਣਾ ਹੁੰਦਾ ਹੈ, ਉਹਨੂੰ ਕਹਿੰਦੇ ਤਪ ਕਰਨਾ। ਪਰ ਇਹਦੇ ਪਿੱਛੇ ਵਾਸ਼ਨਾ ਕੀ ਹੁੰਦੀ ਹੈ? ਵਾਸ਼ਨਾ ਕਹਿੰਦੇ ਤਮੰਨਾ। ਜਪ ਦੇ ਪਿੱਛੇ ਤਮੰਨਾ ਹੈ। ਜਿਵੇਂ ਹਰਨਾਖਸ਼ ਨੇ ਜਪ ਤਪ ਕੀਤਾ, ਉਹਦਾ ਤਪ ਕੈਸਾ ਸੀ? ਇੱਕ ਅੰਗੂਠੇ ਦੇ ਭਾਰ ਤੇ ਖੜੇ ਹੋ ਕੇ, ਅੰਗੂਠਾ ਪੈਰ ਨਹੀਂ, ਇੱਕ ਪੈਰ ਦਾ ਅੰਗੂਠਾ, ਉਹਦੇ ਆਸਰੇ ਖੜੇ ਹੋ ਕੇ ਪਹਾੜ ਦੀ ਚੋਟੀ ਤੇ ਤਪ ਕੀਤਾ। ਵਾਸ਼ਨਾ ਕੀ ਸੀ?
ਮੈਨੂੰ ਰਾਜ ਮਿਲੇ। ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਕਿਸੇ ਬੰਦੇ ਤੋਂ ਮਰਾਂ, ਨਾ ਕਿਸੇ ਪਸ਼ੂ ਤੋਂ ਮਰਾਂ, ਨਾ ਸ਼ਸਤਰ ਨਾਲ ਮਰਾਂ, ਨਾ ਅਸਤਰ ਨਾਲ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ। ਭਾਵ ਉਹਨੇ ਐਸਾ ਤਪ ਕੀਤਾ ਕਿ ਆਪਣੀ ਮੌਤ ਨੂੰ ਕਾਬੂ ਕਰ ਲਿਆ, ਕਾਲ ਨੂੰ ਪਾਵੇ ਨਾਲ ਬੰਨ ਲਿਆ। ਬਸ ਇਹ ਤਪ ਉਹਦਾ। ਇਹਦੇ ਪਿੱਛੇ ਉਹ ਸੀ, ਵਾਸ਼ਨਾ ਸੀ, ਕੋਈ ਤਮੰਨਾ ਸੀ। ਚਲੋ ਰੱਬ ਤਾਂ ਸਭ ਦੀ ਘਾਲਣਾ ਥਾਏ ਪਾਉਂਦਾ ਹੈ। ਪ੍ਰਭ ਘਾਲਿਆ ਕਾ ਕਿਸੇ, ਪ੍ਰਭ ਘਾਲਿਆ ਕਿਸੇ ਕਾ ਤਿਲ ਨਾ ਗਵਾਈ। ਰੱਬ ਕਿਸੇ ਦਾ ਘਾਲਣਾ ਇੱਕ ਤਿਲ ਵੀ ਨਹੀਂ ਗਵਾਉਂਦਾ ਖਾਲਸਾ ਜੀ। ਉਹਦੀ ਘਾਲਣਾ ਥਾਈ ਪਈ, ਉਹਨੂੰ ਵਰ ਮਿਲ ਗਿਆ, ਰਾਜ ਮਿਲ ਗਿਆ। ਜਲੇ ਹਰਣਾਕਸ਼ ਥਲੇ ਹਰਣਾਕਸ਼। ਅਖੀਰ ਤੇ ਅੰਤਾ ਹੋਇਆ ਨਾ, ਉਹ ਜਬ ਕਿਸ ਲੇਖੇ ਪਿਆ? ਉਹਦਾ ਕਿਸੇ ਲੇਖੇ ਤਾਂ ਨਹੀਂ ਪਿਆ। ਉਹ ਜਪ ਕਾਹਦਾ ਖਾਲਸਾ ਜੀ? ਹੁਣ ਅਸੀਂ ਜਿਹੜੇ ਜਪ ਤਪ ਦੁਨਿਆਵੀ ਲੋਕ ਕਰਦੇ ਹਾਂ, ਸਾਡੇ ਪਿੱਛੇ ਵੀ ਕੋਈ ਤਮੰਨਾ ਹੁੰਦੀ ਹੈ, ਰੱਬ ਜੀ ਸਾਨੂੰ ਇਹ ਮਿਲ ਜਾਵੇ, ਇਹ ਮਿਲ ਜਾਵੇ। ਪਾਤਸ਼ਾਹ ਕਹਿੰਦੇ ਨਾ, ਇਹ ਨਾ ਕਰੀਏ। ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਜੇ ਵਾਹਿਗੁਰੂ ਨੂੰ ਚੰਗਾ ਲੱਗਦਾ ਨਾ, ਉਹ ਜਪ ਹੈ ਬਸ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾ ਖਾਵੇ। ਅਸੀਂ ਆਪਣੇ ਮਨ ਦੀ ਮਰਜ਼ੀ ਕਰਦੇ, ਪਰ ਜਿਹੜਾ ਸਾਨੂੰ ਚੰਗਾ ਲੱਗੇ ਉਹ ਜਪ ਹੈ। ਜਿਹੜੀ ਸੇਵਾ ਸਾਨੂੰ ਲੱਗੇ ਉਹ ਕਰਨੀ, ਦੂਜੀ ਨਹੀਂ ਕਰਨੀ। ਜਿੱਥੇ ਸਾਰੇ ਝਾੜੂ ਮਾਰਦੇ ਹੋਣ ਨਾ, ਉੱਥੇ ਝਾੜੂ ਮਾਰਨਾ ਹੈ। ਲੋਕੀ ਵੇਖਣ ਪੇ ਵੀ ਝਾੜੂ ਮਾਰਦਾ। ਜਿੱਥੇ ਝਾੜੂ ਕੋਈ ਨਹੀਂ ਮਾਰਦਾ, ਪਖਾਨੇ ਵੱਲ, ਉਧਰ ਕੋਈ ਨਹੀਂ ਜਾਂਦਾ ਖਾਲਸਾ ਜੀ। ਅਸਲ ਤਾਂ ਉਧਰ ਸੀ ਜਿੱਥੇ ਕੋਈ ਨਾ ਵੇਖਦਾ ਹੋਵੇ। ਬੰਦਾ ਕਹਿੰਦਾ ਦੁਨੀਆ ਵੇਖੇ ਵੀ ਇਹ ਵੀ ਜਪ ਤਪ ਕਰਦਾ ਹੈ। ਪਾਤਸ਼ਾਹ ਕਹਿੰਦੇ ਨਾ ਭਾਈ, ਲੇਖੇ ਨਹੀਂ ਪੈਣਾ। ਸਾ ਜਪ ਉਹ ਜਪ ਹੈ, ਸੋ ਜਜੋ ਉਹ ਜਪ ਅਸਲ ਹੈ ਕਿ ਜਿਹੜਾ ਜ਼ੁਬਾਨ ਤੋਂ ਜਪਣਾ ਹੈ, ਵਾਹਿਗੁਰੂ ਵਾਹਿਗੁਰੂ। ਆਪਣੇ ਲਈ ਹੈ, ਦੂਜੇ ਵਾਸਤੇ ਨਹੀਂ, ਦੂਜੇ ਨੂੰ ਵਿਖਾਣ ਲਈ ਨਹੀਂ। ਅਸੀਂ ਵਿਖਾਣ ਲਈ ਕਰਨ ਲੱਗੇ ਹਾਂ। ਤਪ ਸਾਧਨਾ ਕਰਨੀ, ਤਪੱਸਿਆ ਕਰਨੀ, ਸੰਗਤ ਵਿੱਚ ਬੈਠਣਾ, ਇਹ ਤਪ ਹੈ। ਜੋ ਰੱਬ ਨੂੰ ਚੰਗਾ ਲੱਗੇ, ਮੇਰੇ ਸਤਿਗੁਰ ਨੂੰ ਭਾ ਜਾਵੇ, ਉਹ ਚੰਗਾ ਹੈ ਖਾਲਸਾ ਜੀ। ਜੋ ਸਤਿਗੁਰ ਨੂੰ ਨਾ ਚੰਗਾ ਲੱਗਿਆ, ਉਹਦਾ ਕੋਈ ਫਾਇਦਾ ਨਹੀਂ। ਗੁਰੂ ਨਾਨਕ ਮਹਾਰਾਜ ਜਪਜੀ ਸਾਹਿਬ ਦੀ 6ਵੀਂ ਪੌੜੀ ਹੈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਪਾਤਸ਼ਾਹ ਕਹਿੰਦੇ ਕਿ ਜੇ ਮੈਂ ਤੀਰਥਾਂ ਤੇ ਜਾ ਕੇ ਨਹਾ ਲਵਾਂ, ਤੀਰਥ ਨਾਵਾ, ਮੇਰਾ ਨਹਾਣਾ ਤਾਂ ਸਫਲਾ ਹੈ ਜੇ ਤੁਹਾਨੂੰ ਚੰਗਾ ਲੱਗੇ। ਬਸ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ, ਵਿਣ ਭਾਣੇ ਕਿ ਨਹਾਏ ਕਰੀ, ਨਹਾਣ ਦਾ ਕੀ ਫਾਇਦਾ? ਫਿਰ ਤਾਂ ਜੇ ਨਹਾਣਾ ਵੀ ਉਹ ਸਫਲਾ ਹੈ ਜੇ ਮੇਰੇ ਗੁਰੂ ਨੂੰ ਭਾ ਜਾਵੇ। ਵਿਣ ਭਾਣੇ ਕਿ ਨਹਾਏ ਕਰੀ, ਉਹ ਨਹਾਣ ਦਾ ਕੀ ਫਾਇਦਾ ਭਾਈ? ਇਹ ਵੀ ਤਾਂ ਖਾਲਸਾ ਜੀਓ ਤਪ ਹੈ, ਨਹਾਣਾ ਵੀ ਤਾਂ ਤਪ ਹੈ। ਸਵੇਰੇ ਸਵੇਰੇ ਉੱਠ ਕੇ ਆਪਣੀ ਆਲਸ ਨੀਂਦ ਛੱਡ ਕੇ ਨਹਾਣਾ, ਇਹ ਤਪ ਹੈ। ਪਰ ਜਿਹੜਾ ਗੁਰੂ ਗੁਰੂ ਜਪਦੇ ਨਹਾਇਆ ਜਾਵੇ, ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਦੇ ਭਾਣੇ ਵਿੱਚ ਇਸ਼ਨਾਨ ਹੋਵੇ, ਉਹ ਤਪ ਹੈ ਖਾਲਸਾ ਜੀਓ।
गुरु नानक पातशाह स्वरूप गुरु अमरदास महाराज बयान करते, सो जप ओ जप है, सो तप ओ तप है, जे सतगुर भावै, जे मेरे सतगुर पातशाह नूं चंगा लगे। सतगुर कै भाण वडियाई पावै। मना तू चाहुंदा है जप करके तेरी वडियाई होवे, तपस्या साधना करके तेरी उस्तत होवेगी। सतगुर कै भाणै वडियाई पावै, सतगुर दे भाणे च रवेगा वडियाई मिलेगी। भाणै कहंदे भा जाना, चंगा लगना। ਜਿਹੜਾ ਸਤਿਗੁਰ ਨੂੰ ਭਾ ਗਿਆ, ਚੰਗਾ ਲੱਗਿਆ, ਉਹਦੀ ਵਡਿਆਈ ਆਪਣੇ ਆਪ ਹੋ ਜਾਣੀ ਹੈ। ਖਾਲਸਾ ਜੀਓ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜੋ ਰੱਬ ਦਾ ਪਿਆਰਾ ਹੈ ਨਾ, ਉਹ ਸਭਨਾ ਦਾ ਪਿਆਰਾ ਬਣ ਜਾਏਗਾ, ਉਹਦੀ ਵਡਿਆਈ ਆਪਣੇ ਆਪ ਹੋਵੇਗੀ। ਬ੍ਰਾਹਮਣਾਂ ਨੇ ਚਾਹਿਆ ਕਿ ਨਾਮਦੇਵ ਦੀ ਵਡਿਆਈ ਨਾ ਹੋਵੇ, ਇਹ ਛੀਂਬਾ ਹੈ, ਇਹ ਨੀਵੀਂ ਜਾਤ ਦਾ ਹੈ। ਚੱਲ ਨਾਮਦੇਵ ਮੰਦਰ ਤੋਂ ਬਾਹਰ ਆ ਜਾ। ਬਾਹਰ ਆ ਗਏ, ਸਾਹਮਣੇ ਬਹਿ ਕੇ ਜੋੜਿਆਂ ਵੱਲ। ਨਾ ਨਾਮਦੇਵ ਇੱਥੇ ਵੀ ਨਾ ਬੈਠ, ਲੋਕੀ ਤੈਨੂੰ ਵੇਖਦੇ ਨੇ ਵੀ ਨਾਮਦੇਵ ਭਗਤ ਹੈ, ਪਿੱਛੇ ਬਹਿ ਜਾ। ਪਿੱਛੇ ਬੈਠ ਗਏ, ਉੱਥੇ ਜਪਣਾ ਸ਼ੁਰੂ ਕਰਤਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਜਿਵੇਂ ਜਿਵੇਂ ਨਾਮਾ ਜਪਦਾ ਹੈ ਰੱਬ ਦਾ ਨਾਮ, ਤੇ ਉਵੇਂ ਉਵੇਂ ਖਾਲਸਾ ਜੀਓ ਦੇਹੁਰੇ ਦਾ ਮੁਖ ਨਾਮਦੇਵ ਜੀ ਵੱਲ ਹੋਣ ਲੱਗਾ। ਪੰਡੀਅਨ ਕੋ ਪਿਛਵਾਰ ਲਾ, ਉਹਨਾਂ ਅੰਕਾਰੀ ਬ੍ਰਾਹਮਣਾਂ ਨੂੰ ਰੱਬ ਨੇ ਪਿੱਠ ਦਿਖਾਈ। ਦੁਨੀਆ ਫਿਰ ਨਾਮਦੇਵ ਵੱਲ ਆ ਗਈ। ਦੇਖੋ ਅੱਜ ਕਿਸੇ ਬ੍ਰਾਹਮਣ ਦਾ ਨਾਮ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਈਰਖਾ ਕਰਦੇ ਸਨ ਨਾਮਦੇਵ ਨਾਲ, ਉਹਦਾ ਨਾਮ ਕਿਸੇ ਦਾ ਹੈ ਅੱਜ? ਕੋਈ ਨਹੀਂ ਜਾਣਦਾ। ਕਿਸੇ ਇਤਿਹਾਸ ਦੀ ਕਿਤਾਬ ਦੇ ਵਿੱਚ, ਕਿਸੇ ਗ੍ਰੰਥ ਵਿੱਚ ਨਾਮਦੇਵ ਦੇ ਸਮਕਾਲੀ ਬ੍ਰਾਹਮਣ ਦਾ ਕੋਈ ਨਾਂ ਨਹੀਂ ਹੈ। ਪੜ੍ਹ ਲੈਣਾ, ਸ਼ਾਇਦ ਕਿਸੇ ਨੂੰ ਮਿਲ ਜਾਵੇ, ਦੱਸ ਦੇਣਾ ਵੀ ਜਿਹਦੀ ਉਸਤਤ ਹੋਈ ਹੋਵੇ ਨਾਮਦੇਵ ਵਰਗੀ। ਨਹੀਂ ਹੋਈ ਨਾ। ਕਿਹਦੀ ਉਸਤਤ ਹੋਈ? ਜਿਹੜੇ ਰੱਬ ਨੂੰ ਪਾ ਗਏ। ਅਹੰਕਾਰੀਆ ਨਿੰਦਕਾਂ ਪਿੱਠ ਦੇ, ਨਾਮਦੇਵ ਮੁਖ ਲਾਇਆ। ਰੱਬ ਨੇ ਆਪਣੇ ਭਗਤ ਦਾ ਜਸ ਕਰਾਤਾ। ਸਤਿਗੁਰ ਕੈ ਭਾਣੈ ਵਡਿਆਈ ਪਾਵੈ। ਜਿਹੜੇ ਸਤਿਗੁਰ ਦੇ ਭਾਣੇ ਚ ਰਹੇ, ਇੱਧਰ ਬਹਿ ਗਏ, ਜਪ ਹੋਈ ਸੀ ਨਾ। ਜਪ ਅਹੰਕਾਰ ਨਾਲ ਨਹੀਂ ਹੁੰਦਾ, ਜਪ ਤਾਂ ਅਹੰਕਾਰ ਨੂੰ ਦੂਰ ਕਰਦਾ। ਖਾਲਸਾ ਜੀਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅਹੰਕਾਰ ਨੂੰ ਸ਼ਾਂਤ ਕਰੇ ਉਹਨੂੰ ਕਹਿੰਦੇ ਜਪ। ਤਪ ਜਿਹੜਾ ਖਾਲਸਾ ਚ ਨਿਮਰਤਾ ਭਾਵਨਾ ਪੈਦਾ ਕਰੇ ਉਹਨੂੰ ਕਹਿੰਦੇ ਜਪ ਤੇ ਤਪ। ਸੋ ਜਪ ਸੋ ਤਪ, ਜੇ ਸਤਿਗੁਰ ਭਾਵੈ, ਸਤਿਗੁਰ ਕੈ ਭਾਣੈ ਵਡਿਆਈ ਪਾਵੈ। ਐ ਮਨਾ, ਗੁਰੂ ਦੇ ਭਾਣੇ ਚ ਰਵੇਂਗਾ, ਤੈਨੂੰ ਵਡਿਆਈ ਆਪਣੇ ਆਪ ਮਿਲੇਗੀ। ਨਾਨਕ ਆਪ ਛੋੜ ਗੁਰ ਮਾਹੇ ਸਮਾਵੈ। ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਨ ਕਰਦੇ, ਮਨਾ ਆਪਣਾ ਆਪ ਛੱਡ, ਗੁਰੂ ਅੰਦਰ ਸਮਾ ਜਾ। ਬਸ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਛੱਡਣਾ, ਆਪ ਨੂੰ ਧਾਰਨ ਕਰਨਾ, ਦੋਵੇਂ ਆਪ ਹਨ। ਸਾਡੇ ਹਿਰਦੇ ਵਿੱਚ ਦੋ ਆਪ ਬੈਠੇ। ਕਿਹੜੇ ਆਪ? ਇੱਕ ਤਾਂ ਆਤਮ ਸਰੂਪ ਪਰਮਾਤਮਾ, ਉਹ ਆਪ ਹੈ, ਉਹ ਵੀ ਅੰਦਰ ਹੈ। ਦੂਜਾ ਹਉਮੈ ਵੀ ਅੰਦਰ ਹੈ, ਉਹ ਵੀ ਆਪ ਹੈ। ਮੈਂ ਕਰਨਾ, ਉਹ ਵੀ ਤਾਂ ਆਪ ਹੀ ਹੈ। ਇੱਕ
ਆਪ ਨੂੰ ਛੱਡਣਾ ਪਵੇਗਾ, ਦੂਜੇ ਅੰਦਰ ਸਮਾਣਾ ਪਵੇਗਾ। ਇਹ ਕਿਵੇਂ ਹੋਵੇਗਾ? ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੋ। जब आपा पर का मिट गया, अपना बगाना तो मिट गया ना, फिर सारे पासे तू ही तू ही तू ही तू ही नजर आवेगा उन्होंने। वाहिगुरु वाहिगुरु वाहिगुरु। किथे बैठी है अंदर? आप अंदर होमे है किहड़ी थां ते है? हड्डियां विच, मास विच, खून विच, मन विच, बुद्धि विच किथे है? सारी थावां ते है। आप सारी थावां, जद तक आप सारी थावां ते है, शरीर नूं दर्द हुंदा है। जदों ये आप हौमे वाली आप खत्म हो जाए ना, आत्म स्वरूप वाला आप जाग पवे, तो फिर दर्द नहीं हुंदा। फर्कशीर बादशाह 1716 ईस्वी दे विच बंदा सिंह बहादुर नूं कहण लगा, ओ बंदिया तू किहड़ी मिट्टी दा बनिया होया है? तेनू दर्द नहीं होंदा? तेरा मास जमूरा नाल लाया जा रहा है, दर्द नहीं हो रहा? बाबा जी कहन लगे, महापुर कहन लगे, बादशाह ये दस, जे तैनू किसे किले च बिठाया जावे, बाहरों कोई बंदा आवे, किले दियां 2 इट्टां पुट के लै जावे, दर्द होवेगा तैनू? कहेगा ये तो दर्द की होना, मैं तो अंदर बैठा वां। मैं अंदर बैठा कि मैं किला वां? ये बंदा कहे जी मैं किला हाँ, मेरी इट्टा पुट के ले गए, मैं किला हाँ, ते मैं किला समझेगा फिर तो दर्द होवेगा। ये कहेगा जी मेरा आत्म स्वरूप तो मैं तो अंदर बैठा वा किले विच, कोई दर्द नहीं होवेगा। बाबा जी कहन लगे जड़ा साडा आत्म स्वरूप है ना, गुरु कृपा नाल वो अंदर टिकिया होया है, बस वो सच्चे परमात्मा अविनाशी वाहिगुरु दे अंदर समाया होया है। बाहरों ये शरीर है, इहदा जो मर्जी करी जाओ। हुण इत्थे सब तो खालसा जीओ औखी घाटी है भी शरीर नूं दर्द ना होवे। सब तो औखा पैंडा इत्थे है आत्म अवस्था जिहड़ा जुड़िया होया है, भावें मास जमूरा नाल लाया जा रहा है, अंदर टिकिया बैठा है रब दा प्यारा। लगभग 4 साल तो घट ओदा बेटा है, 3.5 पौने 4 साल दा। ओदा मास भी खालसा, ओदा कालजा कट के बंदा सिंह बहादुर दे मूँह च पाया गया, ओदियां आंदरां कट के गले च पाई गईयां। हुण कौन है ऐसी ममता नूं छड्ड दवे? प्यो है। प्यो ने ऐसी ममता नूं तां छड्डिया जे मैं मिट गई तां ममता चली गई। खालसा जी जे मैं होंदी कि मेरा बेटा है ते खालसा जी बंदा सिंह बहादुर दा की होना सी? रब ने बख्शिश कीती, रब दे भाणे विच रह के सो जप सो तप जे सतगुर भावै, सतगुर कै भाणै वडियाई पावै। नानक आप छोड़ अपनी होमै नूं छड़ के वो रब दे अंदर समा गए। खालसा जी ये अवस्था गुरु की कृपा नाल आउंदी, वैसे नहीं आउंदी भाई।
ਆਖੋ ਸਤਨਾਮ। ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਆਪ ਛੱਡਣੀ ਬੜਾ ਔਖਾ ਹੈ। ਕਬੀਰ ਮਾਇਆ ਤਜੀ ਤਾ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨ ਵਰ ਗਲੇ, ਮਾਨ ਸਬੈ ਕੋ ਖਾਏ। ਮਾਨ ਸਬੈ ਕੋ ਖਾਏ, ਮਾਨ ਸਬੈ ਕੋ ਖਾਏ। ਸਬੈ ਕੋ ਖਾਏ, ਮਾਨ ਸਬੈ ਕੋ ਖਾਏ। ਮਾਨ ਸਬੈ ਕੋ ਖਾਏ, ਮਾਨ ਸਬੈ ਕੋ ਖਾਏ। ਮਾਨ ਸਬੈ ਕੋ ਖਾਏ, ਮਾਨ ਸਬੈ ਕੋ ਖਾਏ। ਸਾਨੂੰ ਸਭ ਨੂੰ ਖਾਈ ਜਾ ਰਿਹਾ ਹੈ। ਮਾਨ ਮੁਨੀ ਮੁਨ ਵਰ ਕਲੇ, ਵੱਡੇ ਵੱਡੇ ਮੁਨੀ, ਸ੍ਰੇਸ਼ਟ ਮੁਨੀ, ਇਹ ਸਭ ਨੂੰ ਮਾਨ ਖਾਈ ਜਾ ਰਿਹਾ ਹੈ। ਕੈਸਾ ਮਾਨ ਹੈ ਦੇਖੋ, ਇੱਕ ਖਾਂਦਾ ਹੈ ਦੂਜਾ ਬਚਾਉਂਦਾ ਹੈ। ਇੱਕ ਮਾਨ ਹਉਮੈ ਵਾਲਾ ਬੰਦੇ ਨੂੰ ਖਾਉਂਦਾ ਹੈ, ਦੂਜਾ ਗੁਰੂ ਪਾਤਸ਼ਾਹ ਦਾ ਜਿਹੜਾ ਬਖਸ਼ਿਸ਼ ਵਾਲਾ ਮਾਣ ਹੈ ਨਾ, ਗੁਰੂ ਦੀ ਕਹਿ ਲੋ ਬਖਸ਼ਿਸ਼, ਗੁਰੂ ਦਾ ਆਤਮ ਸਰੂਪ, ਉਹ ਵੀ ਮਾਣ ਹੈ ਕਿ ਮੇਰਾ ਸਰੂਪ ਹੈ। ਉਹ ਜੀਵਨ ਦਾਨ ਦਿੰਦਾ ਹੈ ਖਾਲਸਾ ਜੀ। ਇੱਕ ਆਤਮ ਸਰੂਪ ਵਾਲਾ ਜਿਹੜਾ ਮਾਣ ਹੈ ਉਹ ਜੀਵਨ ਦਾਨ ਦੇ ਰਿਹਾ। ਕਿ ਸਾਡਾ ਸਭ ਦਾ ਆਤਮ ਸਰੂਪ ਹੈ, ਬਸ ਉਹ ਜੀਵਨ ਦਾਨ ਹੈ, ਉਹ ਬਖਸ਼ਿਸ਼ ਹੈ। ਦੂਜਾ ਮਾਣ ਸਾਨੂੰ ਖਾਈ ਜਾ ਰਿਹਾ ਹੈ। ਪਾਤਸ਼ਾਹ ਕਹਿੰਦੇ ਮਨਾ, ਇਹ ਗੁਰੂ ਕਿਰਪਾ ਸਦਕਾ ਬਖਸ਼ਿਸ਼ ਮਿਲਣੀ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਬਾਕੀ ਜਿਹੜਾ ਸਾਡਾ ਦੁਨਿਆਵੀ ਜਪ ਤਪ ਹੈ ਉਹ ਸਾਰਾ ਮਾਇਆ ਖਾਤਰ ਹੈ ਖਾਲਸਾ ਜੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਿਸੇ ਨੂੰ ਗੱਲ ਸ਼ਾਇਦ ਨਾ ਚੰਗੀ ਲੱਗੇ, ਅਸੀਂ ਜਿਤਨਾ ਪਾਠ ਕਰਦੇ ਹਾਂ, ਸਹਿਜ ਪਾਠ, ਖੰਡ ਪਾਠ ਜੋ ਵੀ ਕਰਦੇ ਹਾਂ, ਕੋਈ ਚਲੀਸਾ ਕੱਟਣਾ, ਜੋ ਵੀ ਕਰਨਾ, ਘਰ ਵਿੱਚ ਮਾਇਆ ਆਵੇ ਜੀ। ਦੀਵਾਲੀ ਵਾਲੇ ਦਿਨ ਦਰਵਾਜ਼ੇ ਖੋਲ ਕੇ ਰੱਖੋ, ਮਾਇਆ ਆਵੇਗੀ, ਲక్ష్ਮੀ ਆਵੇਗੀ। ਪਤਾ ਲੱਗਦਾ ਉਦੋਂ ਜਦੋਂ ਚੋਰ ਚੁਰਾ ਕੇ ਲੈ ਜਾਂਦੇ, ਜਿਹੜੀ ਮਾਇਆ ਪਈ ਹੈ ਉਹ ਵੀ ਚੁਰਾ ਕੇ ਲੈ ਜਾਂਦੇ। ਬਹੁਤਾ ਸਾਡਾ ਜਪ ਤਪ ਇਹ ਪਾਠ ਕਰੋ, ਇਹ ਕਰੋ, ਉਹ ਜਪ ਤਪ ਕਰੋ, ਇਹ ਕਰੋ, ਕਿਹਦੇ ਲਈ? ਮਾਇਆ ਲਈ, ਪ੍ਰਸਿੱਧੀ ਲਈ, ਦੁੱਖ ਸੁੱਖ ਨੂੰ ਦੂਰ ਕਰਨ ਲਈ। ਇਹੀ ਹੈ, ਰੱਬ ਦੇ ਭਾਣੇ ਵਿੱਚ ਤਾਂ ਨਹੀਂ ਨਾ। ਇਹ ਸਾਰੀਆਂ ਚੀਜ਼ਾਂ ਮਾਇਆ ਵਿੱਚ ਹਨ। ਅੱਗੇ ਪੌੜੀ ਚ ਆਵੇਗਾ ਜ਼ਿਕਰ ਇਹਦਾ। ਸਭ ਕੁਝ ਸਾਡਾ ਧਿਆਨ ਮਾਇਆ ਵੱਲ ਹੈ। ਤਾਂ ਪਾਤਸ਼ਾਹ ਕਹਿੰਦੇ ਸੋ ਜਪ ਸੋ ਤਪ, ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ, ਵਡਿਆਈ ਪਾਵੈ। ਮਨਾ ਸਤਿਗੁਰ ਦੇ ਭਾਣੇ ਚ ਰਵੇਗਾ, ਆਪਣੇ ਆਪ ਵਡਿਆਈ ਮਿਲੇਗੀ। ਨਾਨਕ ਆਪ ਛੋੜ, ਪਾਤਸ਼ਾਹ ਕਹਿੰਦੇ ਆਪ ਛੱਡ ਕੇ ਗੁਰੂ ਪਾਤਸ਼ਾਹ ਦੇ ਅੰਦਰ ਸਮਾ ਜਾ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਫਿਰ ਫਰਮਾਨ ਕਰਦੇ ਹਨ, ਗੁਰ ਕੇ ਸਿੱਖ ਕੋ ਵਿਰਲਾ ਲੇਵੈ। ਇਹ ਸਿੱਖਿਆ ਨੂੰ ਕੋਈ ਵਿਰਲਾ ਹੀ ਲੈਂਦਾ ਨਾ ਜੀ। ਸਾਨੂੰ ਇਹ ਨਾ ਸੁਣਾਓ। ਨੀਂਦ ਆਉਂਦੀ ਸਵੇਰੇ ਸਵੇਰੇ, ਵਾਹਿਗੁਰੂ ਜਪਦਿਆਂ ਤੇ ਨੀਂਦ ਆਉਂਦੀ ਹੈ, ਆਣੀ ਵੀ ਚਾਹੀਦੀ ਹੈ। ਵੈਸੇ ਤਾਂ ਬੰਦਾ ਸੌਂਦਾ ਨਹੀਂ, ਵੈਸੇ ਤਾਂ ਨੀਂਦ ਆਉਂਦੀ ਨਹੀਂ ਬੰਦੇ ਨੂੰ, ਜਪ ਕੇ ਨੀਂਦ ਆਉਂਦੀ ਬੰਦੇ ਨੂੰ, ਧਿਆਨ ਰੱਖਣਾ। ਆਓ ਸਾਰੇ ਸੋਈਏ। ਵਾਹਿਗੁਰੂ 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 ਵਾਹਿਗੁਰੂ। ਇਹ ਨੀਂਦ ਮਾਇਆ ਵੱਲੋਂ ਸੌਣਾ ਹੈ ਤੇ ਮਾਇਆ ਵੱਲੋਂ ਜਾਗਣਾ ਹੈ।
ਇਹ ਨੀਂਦ ਅਵਿਦਿਆ ਵੱਲੋਂ ਖਾਲਸਾ ਜੀ ਜਾਗਣਾ ਹੈ, ਉਧਰੋਂ ਜਾਗ ਜਾਵਾਂਗੇ। ਮਾਇਆ ਜਿਹੜੀ ਹੈ ਨਾ, ਅਵਿਦਿਆ ਦੀ ਨੀਂਦ ਹੈ। ਮਾਇਆ ਵਿੱਚ ਜਿਹੜਾ ਸਾਡਾ ਧਿਆਨ ਸੀ, ਅਸੀਂ ਉਧਰ ਸੋ ਗਏ ਜੀ। ਹੁਣ ਤੇ ਗੁਰੂ ਦੀ ਮਾਇਆ ਬਖਸ਼ਿਸ਼ ਵਿੱਚ ਬੰਦਾ ਜਾਗ ਜਾਂਦਾ ਹੈ ਖਾਲਸਾ ਜੀਓ। ਇਹ ਨੀਂਦ ਹੈ। ਤੁਸੀਂ ਦੇਖਣਾ, ਜਿਹੜੇ ਸੰਗਤ 'ਚ ਬੈਠੇ ਆ, ਜਦੋਂ ਨੀਂਦ ਆਉਂਦੀ ਹੈ ਨਾ, ਇਸ ਨੀਂਦ ਵਿੱਚ ਕੋਈ ਸੁਪਨਾ ਆਉਂਦਾ, ਕੋਈ ਭੈੜਾ ਸੁਪਨਾ ਆਉਂਦਾ? ਨਹੀਂ ਆਉਂਦਾ ਨਾ। ਫਿਰ ਹੈ ਕਲਾ ਕੋਈ? ਸੰਗਤ 'ਚ ਬੈਠਿਆਂ ਜੇ ਨੀਂਦ ਆ ਵੀ ਗਈ, ਬਾਣੀ ਪੜ੍ਹਦਿਆਂ ਸਵੇਰੇ ਸਵੇਰੇ ਨੀਂਦ ਆ ਵੀ ਗਈ, ਕੋਈ ਭੈੜਾ ਸੁਪਨਾ ਨਹੀਂ ਆਉਂਦਾ। ਬੰਦਾ ਫਿਰ ਮਾਇਆ ਵੱਲੋਂ ਜਾਗਣਾ ਸ਼ੁਰੂ ਕਰ ਦਿੰਦਾ ਹੈ। ਪਾਤਸ਼ਾਹ ਕਹਿੰਦੇ ਇਹ ਜ਼ਰੂਰੀ ਹੈ। ਮਨਾ ਜਪ ਵਾਹਿਗੁਰੂ 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 ਵਾਹਿਗੁਰੂ। ਜਦੋਂ ਵਾਹਿਗੁਰੂ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਏ ਨਾ, ਫਿਰ ਨੀਂਦ ਨਹੀਂ ਆਉਂਦੀ। ਜਦੋਂ ਮਿੱਠਾ ਨਾ ਲੱਗੇ, ਮਨ ਨਾ ਲੱਗੇ, ਫਿਰ ਨੀਂਦ ਆਉਂਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਪਾਤਸ਼ਾਹ ਕਹਿੰਦੇ ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਕੋਈ ਵਿਰਲਾ ਹੀ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਦਾ ਹੈ। ਗੁਰੂ ਦੀ ਸਿੱਖਿਆ ਕੀ ਹੈ ਭਾਈ? ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਜਪ ਤਪ ਕਰਨਾ, ਸੰਗਤ ਕਰਨੀ, ਇਹ ਸਿੱਖਿਆ ਹੈ। ਇਹ ਤਾਂ ਬਾਣੀ ਦੀ ਸਿੱਖਿਆ ਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਇਹ ਸਿੱਖਿਆ ਹੈ। ਗੁਰ ਕੀ ਸਿੱਖ, ਸਿੱਖ ਨੇ ਸਿੱਖਿਆ ਲੈਣੀ ਹੈ। ਜਿਹੜਾ ਸਿੱਖ ਇਹ ਸਿੱਖਿਆ ਨਾ ਮੰਨੇ, ਉਹਨੂੰ ਸਿੱਖ ਤਾਂ ਨਹੀਂ ਕਹਾਂਗੇ ਖਾਲਸਾ ਜੀ। ਅੱਜ ਕਿਸੇ ਨੂੰ ਪੁੱਛ ਲਓ ਜੀ, ਮੈਂ ਸਿੱਖ ਹਾਂ ਜੀ। ਸਿੱਖ ਬਾਰੇ ਲਿਖਦੇ ਭਾਈ ਸੰਤੋਖ ਸਿੰਘ ਜੀ, ਇੱਕ ਵਾਰੀ ਗੁਰਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਕੋਈ ਡੂੰਘੇ ਪ੍ਰਸ਼ਨ ਹਨ, ਇਹਨਾਂ ਦੇ ਮਹਾਰਾਜ ਉੱਤਰ ਚਾਹੁੰਦੇ ਆ, ਆਪ ਜੀ ਦੱਸੋਗੇ ਮਹਾਰਾਜ, ਸਾਡੇ ਸ਼ੰਕੇ ਦੂਰ ਕਰੋਗੇ? ਗੁਰੂ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਮੇਰਾ ਹੀ ਰੂਪ ਹਨ, ਇਹਨਾਂ ਤੋਂ ਪੁੱਛ ਲਓ। ਫਿਰ ਭਾਈ ਦਇਆ ਸਿੰਘ ਤੋਂ ਸਿੱਖਾਂ ਨੇ ਬਹੁਤ ਪ੍ਰਸ਼ਨ ਪੁੱਛੇ। ਉਹਨਾਂ 'ਚ ਇੱਕ ਪ੍ਰਸ਼ਨ ਇਹ ਵੀ ਸੀ ਵੀ ਸਿੱਖ ਕਿਹਨੂੰ ਕਹਿੰਦੇ? ਭਾਈ ਦਇਆ ਸਿੰਘ ਜੀ ਕਹਿੰਦੇ ਸੁਣੋ ਖਾਲਸਾ ਜੀਓ, ਜਿਹੜਾ ਚਤੁਸ਼ਟੈ ਸਾਧਨ ਦੇ ਸੰਪੰਨ ਹੋਵੇ, ਚਤੁਸ਼ਟੈ ਸਾਧਨ ਦੇ ਸੰਪੰਨ ਹੋਵੇ, ਉਹਨੂੰ ਕਹਿੰਦੇ ਸਿੱਖ। ਉਹ ਕਿਹੜੇ ਚਾਰ ਸਾਧਨ? ਵਿਵੇਕ, ਬੈਰਾਗ, ਖੜ ਸੰਪਤੀ ਤੇ ਮੁਮੁਖਸ਼ੁਤਾ, ਮੁਕਤੀ ਦੀ ਇੱਛਾ। ਇਹ ਚਾਰੋਂ ਸਾਧਨ ਜਿਹਦੇ ਵਿੱਚ ਹਨ, ਉਹਨੂੰ ਕਹਿੰਦੇ ਸਿੱਖ। ਪਹਿਲਾ ਕੀ ਹੈ? ਬੈਰਾਗ। ਬੈਰਾਗ ਕਹਿੰਦੇ ਤਿਆਗ ਦੇਣਾ, ਵਾਸ਼ਨਾਵਾਂ ਦਾ ਤਿਆਗ, ਤਮੰਨਾਵਾਂ ਦਾ ਤਿਆਗ, ਇਹ ਵੈਰਾਗ ਹੈ। ਜਿਹੜੇ ਦੁਨਿਆਵੀ ਵਾਸ਼ਨਾਵਾਂ ਹਨ, ਉਹਨੂੰ ਕਾਗ ਦੀ ਬਿਸ਼ਟਾ ਸਮਾਨ ਤਿਆਗ ਦੇਣਾ, ਇਹ ਵੈਰਾਗ ਹੈ। ਇੱਥੋਂ ਸਿੱਖ ਸ਼ੁਰੂ ਹੁੰਦਾ ਹੈ। ਹੁਣ ਅਸੀਂ ਤਾਂ ਇੱਥੇ ਖਾਲਸਾ ਜੀ ਸ਼ੁਰੂ ਵੀ ਨਹੀਂ ਹੋਏ, ਸਾਡੇ ਮਨ ਵਿੱਚ ਤਿਆਗ ਨਹੀਂ ਹੈ। ਆਣਦੇ ਕੋਈ ਗੱਲ ਨਹੀਂ, ਅਜੇ ਸਿੱਖ ਤਾਂ ਬਣੇ ਵੀ ਨਹੀਂ। ਦੂਜਾ ਹੈ ਵਿਵੇਕ, ਸੱਤ ਅਸੱਤ ਦਾ ਨਿਰਣੈ ਕਰਨਾ, ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਰੱਬ ਦਾ ਨਾਮ ਹੀ ਸੱਚ ਹੈ ਤੇ ਬਾਕੀ ਸਾਰਾ ਝੂਠ। ਜੇ ਇਹ ਗਿਆਨ ਆ ਜਾਵੇ, ਇਹਨੂੰ ਕਹਿੰਦੇ ਵਿਵੇਕ। ਅਜੇ ਗਿਆਨ ਆਇਆ, ਇਹ ਜਪਿਆ ਨਹੀਂ। ਤੀਜਾ ਖੜ ਸੰਪਤੀ, ਸਮ, ਦਮ, ਤਿਤਿਕਸ਼ਾ,
ਉਪਰਾਮ, ਸਮਾਧਾਨ, ਸਮਾਧੀ ਆਦਿ। ਇਹ 6 ਸਾਧਨ ਜਿਹਦੇ ਮਨ ਵਿੱਚ ਹਨ ਉਹਨੂੰ ਇੱਕ ਕਹਿੰਦੇ ਖਟ ਸੰਪਤੀ। ਸਮ, ਆਪਣੇ ਆਪ ਨੂੰ ਕਾਬੂ ਰੱਖਣਾ, ਆਪਣੀ ਇੰਦਰੀਆਂ ਦਾ ਦਮਨ ਕਰਨਾ, ਜੋ ਵਾਸ਼ਨਾ ਉੱਠਦੀ ਹੈ ਉਹਨੂੰ ਰੋਕਣਾ, ਸਮਾਧੀ ਲਗਾਉਣੀ, ਧਿਆਨ ਲਗਾਉਣਾ ਆਦਿ, ਇਹ 6 ਹਨ। ਤੇ ਫਿਰ ਅਗਲਾ ਬਣਾ ਹੈ ਚੌਥਾ ਸਾਧਨ ਹੈ, ਉਹਨੂੰ ਕਹਿੰਦੇ ਮੁਕਤੀ ਦੀ ਇੱਛਾ। ਜਿਹਦੇ ਮਨ ਵਿੱਚ ਇਹ ਚਾਰੋਂ ਚੀਜ਼ਾਂ ਹਨ ਉਹ ਹੈ ਸਿੱਖ। ਫਿਰ ਉਹ ਸਿੱਖ ਗੁਰੂ ਕੋਲ ਆਵੇਗਾ, ਗੁਰੂ ਪਾਤਸ਼ਾਹ ਨੂੰ ਅਧਿਕਾਰੀ ਜਾਣ ਕੇ ਫਿਰ ਸਿੱਖਿਆ ਦੇਣਗੇ, ਲੈ ਭਾਈ ਹੁਣ ਤੂੰ ਸਿੱਖਿਆ ਲੈ, ਗੁਰਸਿੱਖ ਬਣ। ਫਿਰ ਗੁਰਸਿੱਖ ਬਣੇਗਾ ਉਹ ਖਾਲਸਾ ਜੀ। ਤੇ ਇਹ ਸਿੱਖਿਆ ਨੂੰ ਕੋਈ ਵਿਰਲਾ ਹੀ ਲੈਂਦਾ ਹੈ। ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਇੱਥੇ ਕੋ ਦਾ ਅਰਥ ਹੈ ਕੋਈ। ਹੁਣ ਇਹ ਨਾ ਕਹਿ ਦੇਣਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਅਰਥ ਗਲਤ ਹੋ ਜਾਂਦਾ ਹੈ। ਬਾਣੀ ਦਾ ਇਹੀ ਤਾਂ ਦੇਖੋ ਕਿੰਨਾ ਡੂੰਘਾ ਭੇਦ ਹੈ। ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਕੋ ਉਧਰ ਲਾਓਗੇ ਤਾਂ ਅਰਥ ਠੀਕ ਬਣੇਗਾ। ਗੁਰੂ ਦੀ ਸਿੱਖਿਆ ਨੂੰ ਕੋਈ ਵਿਰਲਾ ਹੀ ਲਵੇਗਾ। ਨਾਨਕ ਜਿਸ ਆਪ ਵਡਿਆਈ ਦੇਵੈ। ਗੁਰੂ ਅਮਰਦਾਸ ਪਾਤਸ਼ਾਹ ਫਰਮਾਨ ਕਰਦੇ, ਕੌਣ ਲਵੇਗਾ ਜੀ? ਜਿਹਨੂੰ ਵਾਹਿਗੁਰੂ ਆਪ ਵਡਿਆਈ ਦੇ ਕੇ ਕਹੇਗਾ, ਲੈ ਬੇਟਾ ਤੂੰ ਸਿੱਖਿਆ ਗ੍ਰਹਿਣ ਕਰ। ਜਿਸ ਤੇ ਬਖਸ਼ਿਸ਼ ਹੋਵੇ ਖਾਲਸਾ ਜੀਓ। ਬਖਸ਼ਿਸ਼ ਵਾਲਾ ਹੀ ਸਿੱਖਿਆ ਨੂੰ ਗ੍ਰਹਿਣ ਕਰਦਾ। ਸਿੱਖਿਆ ਕੀ ਹੈ ਗੁਰੂ ਦੀ? ਵਾਹਿਗੁਰੂ ਵਾਹਿਗੁਰੂ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ। ਇਹ ਸਿੱਖਿਆ ਹੈ। ਬਾਣੀ ਵੀ ਸਭ ਤੋਂ ਜ਼ਿਆਦਾ ਸਿੱਖਿਆ ਕੀ ਹੈ ਪਾਤਸ਼ਾਹ ਦੀ? ਵਾਹਿਗੁਰੂ ਜਪਣਾ, ਹਉਮੈ ਦਾ ਤਿਆਗ ਕਰਨਾ, ਭਾਣੇ ਵਿੱਚ ਰਹਿਣਾ, ਇਹ ਸਿੱਖਿਆ ਹੈ ਭਾਈ। ਗੁਰ ਕੀ ਸਿੱਖ ਕੋ ਵਿਰਲਾ ਲੇਵੈ। ਨਾਨਕ ਜਿਸ ਆਪ ਵਡਿਆਈ ਦੇਵੈ, ਜਿਸ ਨੂੰ ਵਾਹਿਗੁਰੂ ਆਪ ਆਪਣੇ ਵਡੱਪਣ ਵਿੱਚ ਆ ਕੇ ਇਹ ਬਖਸ਼ਿਸ਼ ਕਰ ਦਵੇ, ਉਹ ਸਿੱਖ ਹੈ। ਪੌੜੀ ਮਾਇਆ ਮੋਹ ਅਗਿਆਨ ਹੈ, ਬਿਖਮ ਅਤ ਭਾਰੀ। ਇਹ ਪੌੜੀ ਵੀ ਗੁਰੂ ਅਮਰਦਾਸ ਪਾਤਸ਼ਾਹ ਦੀ ਹੈ। ਪਰਸੋਂ ਸ਼ਾਮ ਨੂੰ ਕਥਾ ਹੋ ਰਹੀ ਸੀ, ਰਾਤ 8 ਤੋਂ 9 ਵਜੇ। ਇੱਕ ਦੋ ਪ੍ਰਾਣੀ ਪੁੱਛਣ ਲੱਗੇ ਜੀ ਕਿ ਪੌੜੀ ਦੇ ਅੱਗੇ ਲਿਖਿਆ ਤਾਂ ਹੁੰਦਾ ਨਹੀਂ, ਮਹੱਲਾ ਤੀਜਾ, ਮਹੱਲਾ ਚੌਥਾ, ਫਿਰ ਪੌੜੀ ਕਿਹਦੀ ਹੋਗੀ? ਗੁਰੂ ਗ੍ਰੰਥ ਸਾਹਿਬ 22 ਵਾਰਾਂ ਜੀ, 9 ਧੁਨੀਆਂ। ਜਿਵੇਂ ਟੁੰਡੇ ਸਰਾਜਾ ਕੀ ਧੁਨੀ, ਇਸ ਵਾਰ ਵਿੱਚ ਲਿਖਿਆ ਦੇਖੋ ਸਟਾਰਟਿੰਗ ਵਿੱਚ, ਗੂਜਰੀ ਕੀ ਵਾਰ, ਮਹੱਲਾ ਤੀਜਾ, ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ। ਇਹ 9 ਧੁਨੀਆਂ। ਹੁਣ ਜਿਹੜੀ ਪੌੜੀ ਦੇ ਅੱਗੇ ਕੁਛ ਨਹੀਂ ਲਿਖਿਆ ਹੁੰਦਾ, ਮਹੱਲਾ ਤੀਜਾ ਆ ਗਿਆ, ਫਿਰ ਸ਼ਲੋਕ ਮਹੱਲਾ ਤੀਜਾ ਹੈ, ਪੌੜੀ ਦੇ ਅੱਗੇ ਕੁਛ ਲਿਖਿਆ ਤੇ ਨਹੀਂ ਨਾ। ਫਿਰ ਪੌੜੀ ਕਿਸ ਗੁਰੂ ਸਾਹਿਬ ਦੀ ਹੋਗੀ? ਵਾਰ ਦੀ ਆਰੰਭਤਾ ਵਿੱਚ ਜਿਹੜਾ ਸਿਰਲੇਖ ਹੁੰਦਾ ਨਾ, ਜਿਵੇਂ ਗੂਜਰੀ ਕੀ ਵਾਰ ਮਹੱਲਾ ਤੀਜਾ, ਗੂਜਰੀ ਕੀ ਵਾਰ ਦੀਆਂ ਜਿਤਨੀ ਪੌੜੀਆਂ ਆਣਗੀਆਂ, ਮਹੱਲੇ ਤੀਜੇ ਕੀ ਆਣਗੀਆਂ। ਜਿੱਥੇ ਮਹੱਲਾ ਬਦਲਿਆ ਹੋਵੇ ਨਾ, ਗੌੜੀ ਦੀ ਵਾਰ ਵਿੱਚ ਆਉਂਦੇ ਆ, ਉੱਥੇ ਆਉਂਦਾ ਹੈ ਪੌੜੀ ਮਹੱਲਾ ਪੰਜਵਾ, ਸਪੈਸ਼ਲ ਲਿਖਿਆ। ਉਹ ਵਾਰ ਮਹੱਲੇ ਚੌਥੇ ਕੀ ਹੈ? ਗੌੜੀ ਕੀ ਪਹਿਲੀ ਵਾਰ 300 ਅੰਗ ਤੋਂ ਸ਼ੁਰੂ ਹੁੰਦੀ ਹੈ, ਗੌੜੀ ਕੀ ਵਾਰ ਮਹੱਲਾ ਚੌਥਾ। ਪਰ ਜਿੱਥੇ ਪੌੜੀ ਬਦਲੇਗੀ ਨਾ, ਉੱਥੇ ਲਿਖਿਆ ਹੋਵੇਗਾ ਪੌੜੀ ਮਹੱਲਾ ਪੰਜਵਾ, ਉਹ ਪੌੜੀ ਪੰਜਵੇਂ ਪਾਤਸ਼ਾਹ ਦੀ ਹੈ। ਇੱਕ ਪੌੜੀ ਆਉਂਦੀ, ਪੌੜੀ ਨਵੀਂ ਮਹੱਲਾ ਪੰਜਵਾਂ, ਉਹ ਮਲਾੜ ਦੀ ਵਾਰ ਵਿੱਚ ਹੈ।
उस वार दियां जितनी पौड़ियां मलार दी वार गुरु नानक महाराज दी वार है, ते वो जिहड़ी पौड़ी गुरु अर्जन देव पातशाह ने नाल जोड़ी खालसा जी, टुकवां जिहड़ी पौड़ी सी। रोहो विचार कि जिहड़ी ये पौड़ियां हन सारियां ही गुरु अमरदास पातशाह दी आणगियां, तां इत्थे पौड़ी दा सिरलेख नहीं है, पौड़ी माया मोह अज्ञान है बिखम अत भारी, कि माया दा मोह अज्ञान है भाई। अखो सतनाम श्री वाहिगुरु। की है माया? नोट एक मिनट सोचिए, बंदे नूं नोट ही नहीं जीण दे रहे गांधी दे, बाकी की जीण देगा? डॉलर नहीं जीण दे रहे बंदे नूं, पाउंड नहीं जीण दे रहे, बाकी तो छड्डो परे खालसा जी। इको ही नहीं, नोट ही नहीं जीण दे रहे बंदे नूं, बैंक बैलेंस नहीं जीण दे रहा, माया सोना चांदी नहीं जीण दे रहा, बाकी जिहड़ी 99% माया होर है वो की जीण देगी बंदे नूं? रात दिन बंदे दा मन घुमाया होया है इस चीज ने, दिन रात देख रहना किस पैसा पैसा जेब च कितने है, बैंक च कितने हैं, हर वेले हिसाब उधर रहिंदा है। की चीज है ये? जीण नहीं दे रही बंदे नूं। ये एक हिस्सा है माया दा, 99% ਤਾਂ माया कुछ होर भी है, वेखना बोलना हंसना खेडना, नाम तो बिना बाकी सब कुछ माया है। इनू कहते माया मोह। माया दा मोह इतना है कि मेरा घर, ये भी तो मेरे बच्चे, मेरा शरीर, मेरी ये चीज, मेरी वासनावां, मेरियां तमन्ना ये पूरियां होण, ये भी तो माया है। माया मोह अज्ञान है, मना ये अज्ञान है, ज्ञान नहीं है। अखो सतनाम श्री वाहिगुरु। कोई बहुता पढ़िया लिखिया है उन्होंने कहते नूं बड़ा ज्ञान है, पातशाह कहते ना, ਉਹਦੀ पढ़ाई भी जे पैसा इकट्ठा करन लई है, अपनी पब्लिसिटी लई है, अपनी चौधरता लई है, वो भी अज्ञान है। बुरा ना मनना, जिन्हों कथा का भी ज्ञान है, कीर्तन का भी ज्ञान है, पाठ भी आउंदा है, जे उहदा ध्यान किसी होर पासे वाल है वो भी माया है, वो भी अज्ञान है। आखण नूं ज्ञान, अखरी ज्ञान, पर ध्यान वाहिगुरु वाल नहीं ते वो बन गया अज्ञान। माया मोह अज्ञान है, ये मना ये अज्ञान है, इनू कहंदे अज्ञान। असीं समझिया सी भी अज्ञान कहंदे जिहड़ा अनपढ़ बंदा होवे, ये समझदे ना, जिहड़ा कदी स्कूल नहीं गया, जिन्हों ऊड़ा एड़ा नहीं आउंदा, 1 2 3 4 नहीं आउंदा, अजकल तां सारे नूं आउंदा है, फिर सारे ज्ञानी बन गए। अजकल किनू नहीं ज्ञान खालसा जी बाणी दा, जितने बैठे हैं ना उन्हें उठ के बाहर जावांगे सारे के बाबा जी ये दसो जी, ये दसो, मैनू भी ज्ञान है, सारे सब नू ज्ञान है। किनू नहीं ज्ञान? सब नू कुछ ना कुछ नॉलेज जरूर है। ते ध्यान रखना, कोई भी बंदा है जिहड़ा ये नहीं कहता मैं कुछ नहीं जानता, कहता मैं बड़ा कुछ जानता, ये अज्ञान है बस। पातशाह कहते एक ही चीज है, बिखम अत भारी, बड़ा औखा पैंडा है। बिखम कहते औखा कठन, अत भारी बहुत ज्यादा अज्ञान दा अंधेरा है, भारी अंधेरा है, सानू डबोण वाला अंधेरा है। पत्थर पाप बहु लद्या क्यों तरिए तारे। भाई साडे पाप तां पत्थर वांग हन, तुसी पत्थर लद्दी जाओ, इकल्ले पत्थर, तुसी नदी छोटा पत्थर भी गिरो डूब जाएगा, बड़ा भी गिरो डूब जाएगा। ते असी अपने जी मन नाल ये पत्थर लद रहे हाँ। मन इकल्ला सी, ओनू तारना सी मन नू, पर मन तो हुण डुबन लगा है, माया दे पत्थर करके नाल जुड़ गया है। माया पत्थर रूप है, ध्यान रखना। माया हिरदे नू पत्थर बना देंदी है,
ਮਾਇਆ ਖੂਨ ਨੂੰ ਪਾਣੀ ਬਣਾ ਦਿੰਦੀ ਏ, ਮਾਇਆ ਮਿੱਤਰਾਂ ਨੂੰ ਦੁਸ਼ਮਣ ਬਣਾ ਦਿੰਦੀ ਏ, ਮਾਇਆ ਮਾਂ ਪਿਓ ਦਾ ਕਤਲ ਕਰ ਦਿੰਦੀ। ਖਾਲਸਾ ਜੀ, ਮਾਇਆ ਕੋਈ ਸੰਬੰਧ ਨਹੀਂ ਵੇਖਦੀ। ਇਹ ਫਿਰ ਕੀ ਬਣ ਗਿਆ? ਪੱਥਰ ਹੀ ਬਣ ਗਿਆ। ਇਹ ਹੈ ਖਾਲਸਾ ਜੀ ਮਾਇਆ ਦਾ ਮੋਹ। ਪਾਤਸ਼ਾਹ ਕਹਿੰਦੇ ਪੱਥਰ ਪਾਪ ਬਹੁ ਲੱਦਿਆ, ਕਿਉਂ ਤਰੀਐ ਤਾਰੀ, ਕਿਵੇਂ ਤਰੋਗੇ ਭਾਈ। ਐਸਾ ਸਾਡੇ ਹਿਰਦੇ 'ਚ ਇਹ ਮਾਇਆ ਕਰਕੇ ਜਿਹੜੇ ਪਾਪ ਵੱਧ ਗਏ ਹਨ, ਤੇ ਸਾਡਾ ਬੇੜਾ ਪਾਰ ਕਿਵੇਂ ਹੋਵੇਗਾ। ਆਨ ਦਿਨ ਭਗਤੀ ਰਤਿਆ, ਹਰ ਪਾਰ ਉਤਾਰੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚਲੋ ਪਾਤਸ਼ਾਹ ਕਹਿੰਦੇ ਰੱਬ ਦੇ ਘਰ ਕੁਝ ਹੈ। ਰੱਬ ਦੇ ਘਰ ਹਰ ਬੰਦੇ ਨੂੰ ਆਸਰਾ ਮਿਲ ਜਾਂਦਾ ਹੈ। ਡੁੱਬਦੇ ਨੂੰ ਤਿਣਕੇ ਦਾ ਸਹਾਰਾ। ਡੁੱਬਦਾ ਹੋਵੇ ਪੱਥਰ ਫੜ ਕੇ ਡੁੱਬੇਗਾ ਹੀ ਨਾ। ਕੋਈ ਕਿਸ਼ਤੀ ਦਾ ਆਸਰਾ ਮਿਲ ਜੇ ਨਾ, ਉਹ ਤਰ ਜਾਵੇਗਾ। ਪਾਤਸ਼ਾਹ ਕਹਿੰਦੇ ਕਿਹਨੇ ਤਰਨਾ ਹੈ। ਅਨ ਦਿਨ ਭਗਤੀ ਰਤਿਆ, ਹਰ ਪਾਰ ਉਤਾਰੀ। ਦਿਨ ਰਾਤ ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਦਿਨ ਰਾਤ ਭਗਤੀ 'ਚ ਰਤਿਆ ਰਹਿਣਾ। ਰਤੇ ਕਹਿੰਦੇ ਜੁੜੇ ਰਹਿਣਾ, ਘੁਲ ਮਿਲ ਜਾਣਾ। ਪੱਥਰ ਨੂੰ ਪਾਣੀ 'ਚ ਪਾਓ, ਉਹਨੇ ਮੁਲਾਇਮ ਨਹੀਂ ਹੋਣਾ, ਕੋਮਲ ਨਹੀਂ ਹੋਣਾ। ਕਿਸੇ ਸਬਜ਼ੀ ਨੂੰ ਪਾਣੀ 'ਚ ਪਾ ਦਿਓ। ਅੱਜ ਕੱਲ ਤਾਂ ਸੌਖੀ ਜੀ ਮਿਸਾਲ ਹੈ, ਦਹੀਂ ਦੀ ਬੂੰਦੀ, ਉਹਨੂੰ ਪਾਣੀ 'ਚ ਦਹੀਂ 'ਚ ਪਾਉਂਦੇ ਆ ਨਾ, ਕੀ ਹੁੰਦਾ ਉਹ 15-20 ਮਿੰਟ ਬਾਅਦ ਉਹ ਦਹੀਂ ਉਹਦੇ ਅੰਦਰ ਸਮਾ ਜਾਂਦਾ ਹੈ। ਉਹ ਆਪਣੇ ਆਪ ਨੂੰ ਕੋਮਲ ਕਰਕੇ ਦਹੀਂ ਦੇ ਵਿੱਚ ਅਭੇਦ ਹੋ ਜਾਂਦੀ ਹੈ। ਨਹੀਂ ਤਾਂ ਫਿਰ ਜਦੋਂ ਚਬਾਓ ਤਾਂ ਥੋੜੀ ਜਿਹੀ ਔਖੀ ਲੱਗਦੀ ਹੈ। ਇਸੇ ਤਰ੍ਹਾਂ ਮਾਇਆ ਨੂੰ ਖਾਲਸਾ ਜੀਓ ਕਠੋਰ ਆਖਿਆ ਹੈ, ਹਿਰਦੇ ਨੂੰ ਕਠੋਰ ਕਰਦੀ ਹੈ। ਪਰ ਜਦੋਂ ਕੋਈ ਵਾਹਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਆਪਣੀ ਸੁਰਤੀ ਨੂੰ ਜੋੜੇਗਾ ਨਾ, ਤੇ ਉਹੀ ਮਾਇਆ ਕੋਮਲ ਬਣ ਜਾਵੇਗੀ। ਅੰਦਿਨ ਭਗਤੀ ਰਤਿਆ। ਰਤਿਆ ਕਹਿੰਦੇ ਰੱਤੇ ਰਹਿਣਾ। ਰਤਾ ਕੀ ਹੈ? ਰਾਇਤਾ, ਜੁੜ ਮਿਲ ਜਾਣਾ, ਘੁਲ ਮਿਲ ਜਾਣਾ। ਅਨ ਦਿਨ ਭਗਤੀ ਰਤਿਆ, ਰੱਤੇ ਰਹਿਣਾ ਬਸ। ਦਿਨ ਰਾਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਦੀ ਸੇਵਾ, ਕਦੀ ਸਿਮਰਨ, ਕਦੀ ਕੀਰਤਨ, ਕਦੀ ਕਥਾ, ਕਦੀ ਹੋਰ ਕੋਈ ਕਾਰਜ ਕਰਨਾ ਗੁਰਮਤਿ ਦਾ। ਰੱਤੇ ਰਹਿਣਾ ਕਿਸੇ ਤਰੀਕੇ ਨਾਲ। ਜੇ ਰੱਤੇ ਰਵਾਂਗੇ ਤਾਂ ਸੁਰਤੀ ਆਪਣੇ ਆਪ ਆਟੋਮੈਟਿਕ ਇੱਧਰ ਹੀ ਜੁੜੇਗੀ। ਅਸੀਂ ਸਮਝ ਲਓ ਇੱਧਰ ਸਵੇਰੇ ਸਵੇਰੇ ਆਉਂਦੇ ਆ, ਅੱਧਾ ਪੌਣਾ ਘੰਟਾ ਸਵੇਰੇ ਸਵੇਰੇ, ਸਾਰਾ ਦਿਨ ਰਹਿੰਦੇ ਆ ਅਸੀਂ ਬੁਰੇ ਖਿਆਲਾਂ ਵਿੱਚ, ਤੇ ਕਿਵੇਂ ਰੱਤੇ ਰਹਿ ਗਏ। ਸਵੇਰੇ ਸਵੇਰੇ ਬੰਦਾ ਕਹਿੰਦਾ ਮੈਂ ਤਾਂ ਸਵੇਰੇ ਸਵੇਰੇ ਬਸ ਪਾਪ ਧੋਏ ਆ ਆਪਣੇ ਗੁਰਦੁਆਰੇ ਜਾ ਕੇ, ਸ਼ਾਮ ਨੂੰ ਸਾਰਾ ਦਿਨ ਪੂਰੇ ਪਾਪ ਕਰਾਂਗਾ ਅੱਜ ਤਾਂ। ਫਿਰ ਤਾਂ ਕਿੱਥੇ ਰਤਿਆ ਰਹਿ ਗਿਆ ਖਾਲਸਾ ਜੀ। ਅਨ ਦਿਨ ਰਾਤ ਦਿਨ ਭਗਤੀ ਵਿੱਚ ਰਤਿਆ ਹੋਵੇ ਗੁਰੂ ਕਾ ਪਿਆਰਾ, ਤੇ ਇਸ ਤਰ੍ਹਾਂ ਤਰੇਗਾ ਖਾਲਸਾ ਜੀ। ਹਰ ਪਾਰ ਉਤਾਰੀ, ਤੇ ਪਾਰ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹ ਜ਼ਰੂਰ ਬੇੜਾ ਪਾਰ ਕਰੇਗਾ। ਗੁਰ ਸ਼ਬਦੇ ਮਨ ਨਿਰਮਲ,
ਹਉ ਮੈਂ ਛੱਡ ਵਿਕਾਰੀ। ਐ ਮਨਾ ਗੁਰੂ ਦੇ ਸ਼ਬਦ ਸਦਕਾ ਤੇਰਾ ਮਨ ਨਿਰਮਲਾ ਹੋ ਜਾਵੇਗਾ। ਹਉਮੈ ਛੱਡ ਵਿਕਾਰੀ, ਜਿਹੜੀ ਹਉਮੈ ਵਿਕਾਰ ਹੈ ਨਾ, ਵਿਕਾਰਾਂ ਦਾ ਮੂਲ ਹੈ, ਇਹ ਛੱਡ ਦੇ ਨੂੰ। ਕਿਵੇਂ ਛੱਡੀਏ ਜੀ? ਨਹੀਂ ਛੱਡੀ ਜਾਂਦੀ। ਕਥਾ ਕਰਦੇ ਵੀ ਹਉਮੈ ਆ ਰਹੀ ਹੈ, ਕੀਰਤਨ ਕਰਦਿਆਂ ਵੀ ਹਉਮੈ ਹੈ, ਕਥਾ ਸੁਣਦਿਆਂ ਵੀ ਹਉਮੈ ਕਿ ਮੈਂ ਸੁਣਦਾ ਵਾਂ, ਮੈਂ ਬੋਲਦਾ ਵਾਂ, ਪਾਠ ਕਰਦਿਆਂ ਵੀ ਕਹਿੰਦੇ ਮੈਂ ਕਰਦਾ ਵਾਂ, ਫਿਰ ਵੀ ਹਉਮੈ ਆ ਰਹੀ। ਦੇਖੋ ਭਗਤੀ ਵਿੱਚ ਵੀ ਹਉਮੈ ਆ ਰਹੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਬਣੇਗਾ ਸਾਡਾ? ਮੁਸ਼ਕਲ ਹੈ। ਇਸ ਤਰ੍ਹਾਂ ਹੀ ਰਿਹਾ ਤੇ ਕੰਮ ਔਖਾ ਹੈ ਖਾਲਸਾ ਜੀਓ। ਅਰਦਾਸ ਹੀ ਹੈ ਬਸ, ਖਲੇ ਕੀਚੇ ਅਰਦਾਸ। ਮਹਾਰਾਜ ਤੁਸੀਂ ਬਚਾ ਲਓ, ਬਸ ਤੁਸੀਂ ਬਚਾ ਲਓ ਇਸ ਮੈਂ ਮੇਰੀ ਤੋਂ, ਹਉਮੈ ਤੋਂ। ਬਾਦਸ਼ਾਹ ਕੁਝ ਬੇੜਾ ਪਾਰ ਹੋ ਜਾਏਗਾ। ਮਹਾਰਾਜ ਕਹਿੰਦੇ ਬੱਚਾ ਬਚਾ ਲਾਂਗੇ, ਫਕਰ ਨਾ ਕਰ। ਗੁਰ ਸ਼ਬਦੀ ਮਨ ਨਿਰਮਲਾ, ਗੁਰ ਸ਼ਬਦ ਦਾ ਜਾਪ ਕਰੀ ਜਾ, ਕੋਈ ਗੱਲ ਨਹੀਂ। ਪਹਿਲਾਂ ਥੋੜੀ ਹਉਮੈ ਆਵੇਗੀ, ਫਿਰ ਪਾਤਸ਼ਾਹ ਹਉਮੈ ਵੀ ਖਤਮ ਕਰ ਦੇਣਗੇ। ਗੁਰ ਸ਼ਬਦੀ ਮਨ ਨਿਰਮਲਾ, ਹਉਮੈ ਛੱਡ ਵਿਕਾਰੀ। ਕਿ ਜਦੋਂ ਗੁਰੂ ਸ਼ਬਦੀ ਨਾਲ ਮਨ ਨਿਰਮਲ ਹੋ ਗਿਆ ਨਾ, ਆਪਣੇ ਆਪ ਹਉਮੈ ਵਿਕਾਰ ਛੱਡ ਕੇ ਬਾਹਰ ਆ ਜਾਣਗੇ। ਜਦੋਂ ਕੋਈ ਜਪਦਾ ਹੀ ਰਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਦਾ ਹੀ ਰਵੇ ਨਾ, ਤੇ ਹਉਮੈ ਕਵੇਗੀ ਤੇ ਮੇਰੇ ਵੱਲ ਵੇਖਦਾ ਹੀ ਨਹੀਂ, ਮੈਂ ਬਾਹਰ ਹੀ ਜਾਵਾਂ। ਕਿਸੇ ਕਮਰੇ ਵਿੱਚ ਇੱਕ ਮਨਮੁਖ ਬੈਠਾ ਹੈ, ਗੁਰਮੁਖ ਬੈਠਾ ਹੈ। ਗੁਰਮੁਖ ਆਪਣਾ ਕੰਮ ਕਰੀ ਜਾ ਰਿਹਾ, ਮਨਮੁਖ ਕਹਿੰਦਾ ਮੇਰੇ ਨਾਲ ਗੱਲਾਂ ਕਰਦਾ ਹੀ ਨਹੀਂ ਇਹ ਤਾਂ, ਚਲੋ ਮੈਂ ਬਾਹਰ ਹੀ ਜਾਵਾਂ ਇੱਥੋਂ। ਉਹ ਆਪਣੇ ਆਪ ਬਾਹਰ ਚਲਾ ਜਾਵੇਗਾ। ਸਾਡੇ ਹਿਰਦੇ ਵਿੱਚ ਹਉਮੈ ਵੀ ਹੈ। ਜਦੋਂ ਵਾਹਿਗੁਰੂ ਨੇ ਆਪਣੀ ਕਿਰਪਾ ਦੁਆਰਾ ਸ਼ਬਦ ਦਾ ਜਾਪ ਕਰਾਇਆ, ਹਉਮੈ ਕਵੇਗੇ ਤਾਂ ਮੇਰੇ ਨਾਲ ਗੱਲਬਾਤ ਕਰਦਾ ਹੀ ਨਹੀਂ, ਮੈਂ ਬਾਹਰ ਹੀ ਜਾਵਾਂ। ਉਹ ਆਪਣੇ ਆਪ ਬਾਹਰ ਚਲੇਗੀ। ਹਉਮੈ ਛੱਡ ਵਿਕਾਰੀ, ਵਿਕਾਰ ਬਦਲਾਵ ਵਾਲੀ ਇਹ ਹਉਮੈ ਆਪਣੇ ਆਪ ਦੌੜ ਗਈ। ਹਰ ਹਰ ਨਾਮ ਧਿਆਈਐ, ਹਰ ਹਰ ਨਿਸਤਾਰੇ। ਮਨਾ ਵਾਹਿਗੁਰੂ ਵਾਹਿਗੁਰੂ ਨਾਮ ਧਿਆਈਏ ਸਾਰੇ ਮਿਲ ਕੇ, ਤੇ ਵਾਹਿਗੁਰੂ ਵਾਹਿਗੁਰੂ ਨਾਮ ਨੇ ਹੀ ਸਾਡਾ ਬੇੜਾ ਪਾਰ ਕਰਨਾ ਹੈ। ਬਸ ਵਾਹਿਗੁਰੂ ਪਾਤਸ਼ਾਹ ਆਪ ਕਰਾਉਣ, ਆਪ ਜਪਾਏ, ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ ਖਾਲਸਾ ਜੀਓ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਸਾਡੇ ਲਈ ਪ੍ਰਗਟਾਇਆ। ਐਸੇ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਾਡੇ ਉੱਤੇ ਬਣੀ ਰਵੇ। ਆਪਣਾ ਨਾਮ ਮਹਾਰਾਜ ਆਪ ਜਪਾਣ, ਆਪ ਚੜ੍ਹਦੀ ਕਲਾ ਪ੍ਰਦਾਨ ਕਰਨ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।